TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਕੁਝ ਖਬਰਾਂ ਦੇ ਉੱਤੇ ਰਲ ਮਿਲ ਕੇ ਵਿਚਾਰ ਵਟਾਂਦਰਾ ਕਰੀਏ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੌਰਾਨ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਸਭ ਤੋਂ ਪਹਿਲੀ ਖਬਰ ਇੱਕ ਬੜੀ ਦਿਲਚਸਪ ਖਬਰ ਹੈ। 2 ਵਰਿਆਂ ਦੇ ਗੁਆਚੇ ਪੁੱਤ ਨੂੰ 24 ਵਰਿਆਂ ਬਾਅਦ ਬਾਪ ਲੱਭਣ ਵਿੱਚ ਹੋਇਆ ਕਾਮਯਾਬ, ਪਰ 5 ਲੱਖ ਕਿਲੋਮੀਟਰ ਦਾ ਸਫ਼ਰ ਕਰਨਾ ਪਿਆ ਉਸ ਬਾਪ ਨੂੰ ਤੈਅ। ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਹਿਰ, ਨਿਹੱਥੇ 22 ਜਵਾਨਾਂ ਦਾ ਤਾਲਿਬਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ। ਪੀਕੇ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਚਰਚੇ, ਦੇਣਗੇ ਪ੍ਰਧਾਨ ਮੰਤਰੀ ਮੋਦੀ ਨੂੰ ਸਖਤ ਟੱਕਰ। ਬੇਅਦਬੀ ਕਾਂਡ ਦੀ ਜਾਂਚ ਜਾਰੀ, ਡੇਰਾ ਮੁਖੀ ਨੂੰ ਨਹੀਂ ਦਿੱਤੀ ਹਾਲੇ ਕਲੀਨ ਚਿੱਟ। ਹੁਣ ਕਿਸਾਨਾਂ ਨੇ ਹਰਜੀਤ ਗਰੇਵਾਲ ਲਾਇਆ ਮੂਹਰੇ ਅਤੇ ਕਿਸਾਨ ਮੋਰਚੇ ਵੱਲੋਂ ਚੜੂਨੀ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਹਨਾਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ। ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇਕੱਲੀ ਖਬਰ ਦੀ ਗਹਿਰਾਈ ਦੇ ਨਾਲ ਆਪਾਂ ਤਫਸੀਲ ਦੇ ਨਾਲ ਗੱਲਬਾਤ ਕਰੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ। ਤੇ ਆਓ ਸਭ ਤੋਂ ਵੱਡੀ ਆਖ ਸਕਦਾ, ਦਿਲਚਸਪ ਆਖ ਸਕਦਾ ਇਸ ਖਬਰ ਨੂੰ। ਜਿਵੇਂ ਮਾਂ ਦੀ ਉਸੇ ਤਰ੍ਹਾਂ ਬਾਪ ਦੀ ਹਮੇਸ਼ਾ ਭਾਵ ਮਾਪਿਆਂ ਦੀ ਬੱਚਿਆਂ ਨੂੰ ਜ਼ਰੂਰਤ ਰਹਿੰਦੀ ਹੈ, ਪਰ ਬੱਚਿਆਂ ਵਾਸਤੇ ਮਾਪੇ ਕਿਸ ਹੱਦ ਤੱਕ ਕਿਸ ਕਦਰ ਤੱਕ ਆਪਣਾ ਫਰਜ਼ ਨਿਭਾਉਂਦੇ ਨੇ, ਆਹ ਖਬਰ ਉਸ ਗੱਲ ਨੂੰ ਤਸਦੀਕ ਕਰੇਗੀ। ਖਬਰ ਭਾਰਤ ਦੇ ਗੁਆਂਢੀ ਮੁਲਕ ਚੀਨ ਵਾਲੇ ਪਾਸਿਓਂ ਮਿਲੀ ਹੈ। ਪਤਾ ਲੱਗਿਆ ਕਿ ਇੱਕ ਬਾਪ ਜਿਹੜਾ ਚੀਨ ਦਾ ਰਹਿਣ ਵਾਲਾ, ਉਹਦਾ ਇੱਕ ਪੁੱਤ ਗੁੰਮ ਹੁੰਦਾ ਹੈ। 24 ਸਾਲ ਤੱਕ ਆਪਣੇ ਪੁੱਤਰ ਦੀ ਤਲਾਸ਼ ਵਿੱਚ ਲੱਗਿਆ ਰਹਿੰਦਾ ਹੈ। ਗੌਰ ਕਰਨ ਵਾਲੀ ਗੱਲ ਇਹਦੇ ਵਿੱਚ ਇਹ ਹੈ ਕਿ ਤੁਸੀਂ ਦੇਖੋ ਕਿ ਜਦੋਂ ਉਹ ਬੱਚਾ ਗੁੰਮ ਹੁੰਦਾ ਉਦੋਂ ਸਿਰਫ 2 ਵਰਿਆਂ ਦਾ ਸੀ। 2 ਵਰਿਆਂ ਦੇ ਗੁੰਮ ਹੋਏ ਬਾਲ ਨੂੰ ਆਪਣੇ ਪੁੱਤ ਨੂੰ ਲੱਭਣ ਦੇ ਵਾਸਤੇ 24 ਵਰੇ ਆਪਣੇ ਪੂਰੇ ਮੁਲਕ ਦੇ ਵਿੱਚ ਉਹ ਬਾਪ ਭਟਕਦਾ ਰਿਹਾ ਅਤੇ ਪੂਰੇ 5 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਇਸ ਬਾਪ ਨੇ। ਹੁਣ ਉਹਦਾ ਪੁੱਤ ਜਦੋਂ ਮਿਲਿਆ ਤਾਂ 26 ਵਰਿਆਂ ਦਾ ਹੋ ਚੁੱਕਿਆ ਅਤੇ ਅਧਿਆਪਕ ਬਣ ਚੁੱਕਿਆ ਸੀ। ਖਬਰ ਇਹ ਚੀਨ ਦੇ ਸ਼ੈਨਡੋਂਗ ਸੂਬੇ ਦੀ ਹੈ। ਉੱਥੋਂ ਦਾ ਰਹਿਣ ਵਾਲਾ ਗੁਓ ਗੈਂਗਟਨ, ਪਤਾ ਲੱਗਿਆ ਕਿ ਉਹਦੇ ਪੁੱਤਰ ਨੂੰ ਮਨੁੱਖੀ ਤਸਕਰਾਂ ਨੇ ਉਹਨਾਂ ਦੇ ਘਰੋਂ ਅਗਵਾ ਕਰ ਲਿਆ ਤੇ ਇਸੇ ਦੌਰਾਨ ਉਹਨੇ ਲੱਭਣਾ ਸ਼ੁਰੂ ਕਰ ਦਿੱਤਾ ਤੇ ਉਸ ਵਕਤ ਬੱਚਾ ਸਿਰਫ 2 ਵਰਿਆਂ ਦਾ ਸੀ। ਗੁਓ ਗੈਂਗਟਨ ਦੇ ਬੇਟੇ ਦੇ ਗੁੰਮ ਹੋਣ ਦੇ ਨਾਲ ਜਦੋਂ ਉਹਨੂੰ ਖਬਰਾਂ ਮਿਲੀਆਂ ਕਿ ਇਹ ਬੰਦਾ ਤਾਂ 22 ਸਾਲ ਹੋ ਗਏ, 23 ਸਾਲ ਹੋ ਗਏ, 24 ਸਾਲ ਹੋ ਗਏ, ਭਾਵ ਦਹਾਕਿਆਂ ਬੱਧੀ ਉਹ ਜਦੋਂ ਆਪਣੇ ਪੁੱਤਰ ਦੀ ਤਲਾਸ਼ ਕਰਦਾ ਰਿਹਾ ਤਾਂ ਇਹਦੇ ਉੱਤੇ ਇੱਕ ਪ੍ਰੇਰਨਾਦਾਇਕ ਕਹਾਣੀ ਲਿਖੀ ਗਈ। 2015 ਦੇ ਵਿੱਚ ਇਹਦੇ ਉੱਤੇ ਇੱਕ ਫਿਲਮ ਬਣੀ ਸੀ, ਲੌਸਟ ਐਂਡ ਲਵ। ਹਾਂਗਕਾਂਗ ਦੇ ਇੱਕ ਸੁਪਰਸਟਾਰ ਨੇ ਉਹਨਾਂ ਦੇ ਵਿੱਚ ਇਸ ਫਿਲਮ ਦੇ ਵਿੱਚ ਉਹਨਾਂ ਨੇ ਭੂਮਿਕਾ ਨਿਭਾਈ ਸੀ। ਇਹ ਵੀ ਦੱਸਣ ਵਾਲੀ ਗੱਲ ਹੈ ਕਿ ਚੀਨ ਦੇ ਵਿੱਚ ਬੱਚਿਆਂ ਨੂੰ ਅਗਵਾ ਕੀਤਾ ਜਾਣਾ ਇੱਕ ਬਹੁਤ ਵੱਡੀ ਸਮੱਸਿਆ ਹੈ। ਹਰ ਸਾਲ ਪਤਾ ਕਿ ਉੱਥੇ ਹਜ਼ਾਰਾਂ ਬੱਚੇ ਗੁੰਮ ਕੀਤੇ ਜਾਂਦੇ ਨੇ, ਗਾਇਬ ਕਰ ਲਏ ਜਾਂਦੇ ਨੇ। ਰਿਪੋਰਟ ਦੇ ਮੁਤਾਬਕ DNA ਟੈਸਟ ਕੀਤਾ ਗਿਆ। DNA ਦੀ ਟੈਸਟਿੰਗ ਦੇ ਜ਼ਰੀਏ ਇਹ ਬੱਚਾ ਆਪਣੇ ਮਾਪਿਆਂ ਦੇ ਕੋਲ ਆਖਰਕਾਰ ਪਹੁੰਚਣ ਵਿੱਚ ਕਾਮਯਾਬ ਹੋਇਆ ਤੇ ਇਸ ਮਾਮਲੇ ਵਿੱਚ ਪੁਲਿਸ ਨੇ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਅਸਲ ਦੇ ਵਿੱਚ ਇਹ ਬੱਚਾ ਜਿਹੜਾ ਉਸ ਵਕਤ 2 ਵਰਿਆਂ ਦਾ ਸੀ, 1997 ਦੇ ਵਿੱਚ ਅਗਵਾ ਹੋਇਆ ਸੀ। ਚੀਨ ਦੀ ਇੱਕ ਨਿਊਜ਼ ਏਜੰਸੀ ਹੈ, ਉਹਦੇ ਮੁਤਾਬਕ ਦੋਵੇਂ ਸ਼ੱਕੀ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਉਸ ਵਕਤ ਇੱਕ ਦੂਸਰੇ ਨੂੰ ਡੇਟ ਕਰ ਰਹੇ ਸਨ। ਉਹਨਾਂ ਨੇ ਇਹ ਸੋਚ ਕੇ ਇਸ ਬੱਚੇ ਨੂੰ ਅਗਵਾ ਕੀਤਾ ਕਿ ਬੱਚਾ ਵੇਚਾਂਗੇ, ਚੰਗੇ ਪੈਸੇ ਕਮਾਵਾਂਗੇ। ਘਰ ਤੋਂ ਬਾਹਰ ਇਕੱਲੇ ਖੇਡਦੇ ਹੋਏ ਇਸ ਬਾਲ ਨੂੰ ਇਹਨਾਂ ਨੇ ਅਗਵਾ ਕੀਤਾ ਅਤੇ ਫਿਰ ਹੈਨਾਨ ਸੂਬੇ ਦੇ ਵਿੱਚ ਲੈ ਕੇ ਇਸ ਬੱਚੇ ਨੂੰ ਉਹ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ ਇਸ ਬੱਚੇ ਨੂੰ ਅੱਗੇ ਵੇਚ ਦਿੱਤਾ। ਗੁਓ ਗੈਂਗਟਨ ਦਾ ਬੇਟਾ 1997 ਵਿੱਚ ਅਗਵਾ ਹੋਇਆ ਤੇ ਤੁਸੀਂ ਦੇਖੋ ਕਿ 24 ਵਰਿਆਂ ਦੀ ਤਲਾਸ਼ ਤੋਂ ਬਾਅਦ ਇਹ ਆਪਣੇ ਮਾਪਿਆਂ ਕੋਲ ਆਇਆ ਹੈ। ਗੁਓ ਨੇ ਆਪਣੇ ਬੇਟੇ ਦੀ ਤਲਾਸ਼ ਦੇ ਵਿੱਚ ਮੋਟਰਸਾਈਕਲ ਤੇ ਚੀਨ ਦੇ 20 ਸੂਬੇ ਗਾ ਦਿੱਤੇ। 20 ਸੂਬਿਆਂ ਦੇ ਵਿੱਚ ਉਹਦੀ ਤਲਾਸ਼ ਕਰਦਾ ਫਿਰਦਾ ਰਿਹਾ। ਇਹਨਾਂ 24 ਵਰਿਆਂ ਦੇ ਦੌਰਾਨ ਉਹਦੇ ਕਈ ਐਕਸੀਡੈਂਟ ਹੋਏ, ਕਈ ਦੁਰਘਟਨਾਵਾਂ ਵਾਪਰੀਆਂ, ਇੱਥੋਂ ਤੱਕ ਉਹਦੀਆਂ ਕਈ ਵਾਰੀ ਹੱਡੀਆਂ ਪਸਲੀਆਂ ਵੀ ਟੁੱਟੀਆਂ। ਉਹਦੇ ਨਾਲ ਕਈਆਂ ਥਾਵਾਂ ਤੇ ਲੁੱਟ ਖੋਹ ਵੀ ਹੋਈ ਤੇ ਇਹਨਾਂ 24 ਵਰਿਆਂ ਦੇ ਵਿੱਚ
ਆਪਣੇ ਪੁੱਤਰ ਨੂੰ ਲੱਭਦਿਆਂ ਉਹਨੂੰ 10 ਮੋਟਰਸਾਈਕਲ ਬਦਲਣੇ ਪੈ ਗਏ ਕਿਉਂਕਿ ਉਹ ਆਖਰਕਾਰ ਟੁੱਟ ਚੁੱਕੇ ਸੀ, ਪੁਰਾਣੇ ਹੋ ਚੁੱਕੇ ਸੀ। ਹੁਣ ਬੱਚੇ ਦੀ ਭਾਲ ਦੇ ਦੌਰਾਨ ਗੁਓ ਗੈਂਗਟਨ ਨੇ ਆਪਣੇ ਬੱਚੇ ਦੀਆਂ ਤਸਵੀਰਾਂ ਨੂੰ ਇੱਕ ਬੈਨਰ ਦੀ ਸ਼ਕਲ ਦਿੱਤੀ ਹੋਈ ਤੇ ਆਪਣੇ ਮੋਟਰਸਾਈਕਲ ਦੇ ਉੱਤੇ ਹਮੇਸ਼ਾ ਬੰਨ੍ਹ ਕੇ ਰੱਖਦਾ ਸੀ। ਉਹਨੇ ਆਪਣੇ ਪੁੱਤਰ ਨੂੰ ਲੱਭਣ ਦੇ ਵਿੱਚ ਇਹ ਆਖਿਆ ਜਾ ਸਕਦਾ ਕਿ ਲਗਭਗ ਆਪਣਾ ਸਾਰਾ ਜੀਵਨ ਲਾ ਦਿੱਤਾ ਹੈ। ਉਹ ਰਾਤ ਨੂੰ ਪੁਲ ਦੇ ਥੱਲੇ ਸੌਂ ਜਿਆ ਕਰਦਾ ਸੀ। ਜਦੋਂ ਉਹਦੇ ਕੋਲੇ ਪੈਸਾ ਧੇਲਾ ਖਤਮ ਹੋ ਜਾਂਦਾ ਸੀ, ਲੋਕਾਂ ਤੋਂ ਭੀਖ ਤੱਕ ਮੰਗਦਾ ਰਿਹਾ। ਇਸੇ ਦੌਰਾਨ ਉਹਨੂੰ ਲਾਪਤਾ ਹੋਣ ਵਾਲੇ ਇੱਕ ਸੰਗਠਨ ਦਾ ਪਤਾ ਲੱਗਿਆ ਤੇ ਫਿਰ ਉਹਦਾ ਉਹ ਮੈਂਬਰ ਬਣਿਆ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ 24 ਵਰ੍ਹਿਆਂ ਦੇ ਦੌਰਾਨ ਉਹਨੇ ਆਪਣਾ ਪੁੱਤਰ ਤਾਂ ਹੁਣ ਲੱਭ ਹੀ ਲਿਆ ਤੇ ਘੱਟੋ ਘੱਟ 7 ਬੱਚਿਆਂ ਨੂੰ ਉਹ ਉਹਨਾਂ ਦੇ ਮਾਪਿਆਂ ਦੇ ਨਾਲ ਮਿਲਵਾਉਣ ਦੇ ਵਿੱਚ ਵੀ ਕਾਮਯਾਬ ਹੋਇਆ। ਚੀਨ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਬੱਚਿਆਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਸਕਰ ਅਗਵਾ ਕਰਦੇ ਨੇ ਤੇ ਦਹਾਕਿਆਂ ਪੁਰਾਣੀ ਸਮੱਸਿਆ ਹੈ। 2015 ਦੇ ਵਿੱਚ ਇੱਕ ਅਨੁਮਾਨ ਮਿਲਿਆ ਸੀ ਤੇ ਉਹਦੇ ਮੁਤਾਬਕ ਹਰ ਸਾਲ 20,000 ਬੱਚੇ ਚੀਨ ਦੇ ਵਿੱਚੋਂ ਅਗਵਾ ਕੀਤੇ ਜਾਂਦੇ ਹੈ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਬੱਚੇ ਉਹ ਹੁੰਦੇ ਨੇ ਜਿਹੜੇ ਮਨੁੱਖੀ ਤਸਕਰਾਂ ਦੇ ਵੱਲੋਂ ਅੱਗੇ ਵੇਚ ਦਿੱਤੇ ਜਾਂਦੇ ਨੇ। ਪਰ ਸੱਚਮੁੱਚ ਇੱਕ ਦਿਲਚਸਪ ਕਹਾਣੀ ਹੈ ਕਿ ਮਾਂ-ਬਾਪ ਆਪਣੇ ਬੱਚਿਆਂ ਤੱਕ ਕਿਸ ਹੱਦ ਤੱਕ ਆਪਣਾ ਜੀਵਨ ਤੱਕ ਕੁਰਬਾਨ ਕਰ ਦਿੰਦੇ ਨੇ। ਪਰ ਅੱਜ ਜੇਕਰ ਅਸੀਂ ਅਜੋਕੇ ਸਮਾਜ ਦੀ ਤਸਵੀਰ ਦੇਖਦੇ ਹਾਂ ਤਾਂ ਇਹ ਵੀ ਕਹਿਣਾ ਪਊ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਮਾਪੇ ਬੁਢਾਪੇ ਵਿੱਚ ਚਲੇ ਜਾਂਦੇ ਨੇ, ਜਿਸ ਵਕਤ ਮਾਪਿਆਂ ਨੂੰ ਜ਼ਰੂਰਤ ਹੁੰਦੀ ਹੈ ਕਿ ਸਾਡੀ ਇਹ ਡੰਗੋਰੀ ਬਣਨ, ਕਈ ਵਾਰੀ ਉਹਨਾਂ ਨੂੰ ਉਹ ਬਿਰਧ ਘਰਾਂ ਵਿੱਚ ਛੱਡ ਆਉਂਦੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਦੁਖਾਂਤ ਹੈ ਸਮਾਜ ਦਾ। ਅਗਲੀ ਖਬਰ ਅਫਗਾਨਿਸਤਾਨ ਵਾਲੇ ਪਾਸਿਓਂ ਹੈ। ਤਾਲਿਬਾਨਾਂ ਨੇ ਉੱਥੇ ਕਹਿਰ ਵਰਤਾ ਦਿੱਤਾ ਹੈ। ਅਸਲ ਦੇ ਵਿੱਚ ਬੜੀ ਮੰਦਭਾਗੀ ਜੀ ਘਟਨਾ ਹੈ। ਅਫਗਾਨਿਸਤਾਨ ਕਿਸ ਤਰ੍ਹਾਂ ਦਾ ਮੁਲਕ ਹੈ ਜਿੱਥੇ ਹਿੰਸਾ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹਿੰਦੀ ਹੈ, ਪਰ ਆਹ ਤਾਲਿਬਾਨਾਂ ਦੀ ਇੱਕ ਬਹੁਤ ਬੇਰਹਿਮੀ ਨਾਲ ਕੀਤੀ ਹੋਈ ਹੱਤਿਆ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਮਾਂਡੋ ਜਿਹੜੇ ਜਵਾਨ ਸਨ ਉਹਨਾਂ ਦੀਆਂ ਗੋਲੀਆਂ ਖਤਮ ਹੁੰਦੀਆਂ ਨੇ, ਉਹ ਫਿਰ ਤਾਲਿਬਾਨਾਂ ਦੇ ਸਾਹਮਣੇ ਆਤਮ ਸਮਰਪਣ ਕਰਦੇ ਆ ਤੇ ਆਪਣੇ ਹੱਥ ਖੜੇ ਕਰ ਦਿੰਦੇ ਆ ਤੇ ਇਸ ਆਤਮ ਸਮਰਪਣ ਤੋਂ ਬਾਅਦ ਇਹ ਤਾਲਿਬਾਨੀ ਅੱਲਾਹੂ ਅਕਬਰ ਦੇ ਨਾਅਰੇ ਮਾਰਦੇ ਆ ਤੇ ਨਿਹੱਥੇ 22 ਜਵਾਨਾਂ ਦੇ ਉੱਤੇ ਗੋਲੀਆਂ ਦੀ ਵਾਛੜ ਕਰ ਦਿੰਦੇ ਆ। ਮਿਲੀ ਰਿਪੋਰਟ ਦੇ ਮੁਤਾਬਕ ਇਹ ਕਤਲकांड ਦਰਅਸਲ ਅਫਗਾਨਿਸਤਾਨ ਦੇ ਫਰਿਆਬ ਸੂਬੇ ਦੇ ਦੌਲਤਾਬਾਦ ਇਲਾਕੇ ਦੇ ਵਿੱਚ 16 ਜੂਨ ਨੂੰ ਘਟਿਆ ਸੀ। ਤਾਲਿਬਾਨ ਦੀ ਚੜ੍ਹਾਈ ਨੂੰ ਦੇਖਦੇ ਹੋਏ ਉੱਥੋਂ ਦੀ ਸਰਕਾਰ ਨੇ ਅਮਰੀਕਾ ਦੀ ਸਿੱਖਿਅਤ ਕਮਾਂਡੋ ਟੀਮ ਨੂੰ ਭੇਜਿਆ ਸੀ। ਇਹ ਵੀ ਪਤਾ ਲੱਗਿਆ ਕਿ ਜਦੋਂ ਇਸ ਟੀਮ ਨੂੰ ਤਾਲਿਬਾਨਾਂ ਨੇ ਘੇਰਾ ਪਾ ਲਿਆ ਤਾਂ ਇਸ ਟੀਮ ਨੇ ਹਵਾਈ ਫੌਜ ਦੀ ਮਦਦ ਮੰਗੀ, ਪਰ ਉਹਨਾਂ ਨੂੰ ਵਕਤ ਸਿਰ ਕੋਈ ਮਦਦ ਮਿਲ ਨਾ ਸਕੀ। ਤਾਲਿਬਾਨ ਦਾ ਦਾਅਵਾ ਇਹ ਹੈ ਕਿ ਇਹਨਾਂ ਅਫਗਾਨ ਕਮਾਂਡੋ ਨੂੰ ਗੋਲੀਆਂ ਖਤਮ ਹੋਣ ਦੇ ਬਾਅਦ ਅਸੀਂ ਫੜ ਲਿਆ ਸੀ, ਪਰ ਕੁਝ ਅੱਖੀਂ ਦੇਖਣ ਵਾਲਿਆਂ ਨੇ, ਚਸ਼ਮਦੀਦਾਂ ਨੇ ਜੋ ਦੱਸਿਆ ਹੈ ਜਾਂ ਜਿਹੜੀ ਆ ਤਾਜ਼ਾ ਵੀਡੀਓ ਫੁਟੇਜ ਸਾਹਮਣੇ ਆਈ ਹੈ ਉਹਦੇ ਵਿੱਚ ਨਜ਼ਰ ਆਉਂਦਾ, ਉਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਨਿਹੱਥੇ ਸੈਨਿਕਾਂ ਦਾ ਤਾਲਿਬਾਨਾਂ ਨੇ ਕਿਵੇਂ ਕਤਲ ਕੀਤਾ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਬਾਅਦ ਤਾਲਿਬਾਨ ਨੇ ਪੂਰੇ ਅਫਗਾਨਿਸਤਾਨ ਦੇ ਵਿੱਚ ਹਮਲੇ ਬਹੁਤ ਤੇਜ਼ ਕਰ ਦਿੱਤੇ ਹੈ ਅਤੇ ਤਾਲਿਬਾਨਾਂ ਦਾ ਕਹਿਣਾ ਹੈ ਕਿ ਹੁਣ ਉਸ ਦੇਸ਼ ਦਾ ਚੱਪਾ ਚੱਪਾ ਅਸੀਂ ਆਪਣੇ ਕਬਜ਼ੇ ਵਿੱਚ ਕਰਾਂਗੇ ਅਤੇ ਅਫਗਾਨਿਸਤਾਨ ਦੇ 85 ਇਲਾਕਿਆਂ ਤੇ ਉਹ ਕਹਿੰਦੇ ਸਾਡਾ ਕਬਜ਼ਾ ਹੋ ਚੁੱਕਿਆ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਅਫਗਾਨ ਸੈਨਿਕਾਂ ਨੇ ਆਪਣੇ ਹੱਥ ਖੜੇ ਕੀਤੇ ਹੋਏ ਉੱਪਰ ਨੂੰ ਕੀਤੇ ਹੋਏ ਨੇ। ਕਈ ਲੋਕ ਜ਼ਮੀਨ ਤੇ ਝੁਕੇ ਹੋਏ ਨਜ਼ਰ ਆਉਂਦੇ ਨੇ। ਇਸ ਵੀਡੀਓ ਵਿੱਚ ਇੱਕ ਆਵਾਜ਼ ਆ ਰਹੀ ਹੈ ਜਿਸ ਵਿੱਚ ਸੁਣਿਆ ਜਾ ਸਕਦਾ ਹੈ ਜਾਂ ਆਖਿਆ ਜਾ ਰਿਹਾ ਹੈ ਕਿ ਗੋਲੀ ਨਾ ਮਾਰੋ, ਅਸੀਂ ਤੁਹਾਡੇ ਅੱਗੇ ਰਹਿਮ ਦੀ ਭੀਖ ਮੰਗਦੇ ਹਾਂ। ਇਹਦੇ ਕੁਝ ਸੈਕਿੰਡਾਂ ਦੇ ਵਿੱਚ ਹੀ ਉਹ ਤਾਲਿਬਾਨੀ ਅੱਲਾਹੂ ਅਕਬਰ ਦੇ ਨਾਅਰੇ ਲਾਉਂਦੇ ਆ। ਉਹਨਾਂ ਨਿਹੱਥੇ ਸੈਨਿਕਾਂ ਦੇ ਉੱਤੇ, ਫੌਜੀਆਂ ਦੇ ਉੱਤੇ ਗੋਲੀਆਂ ਦੀ ਵਾਛੜ ਕਰ ਦਿੰਦੇ ਆ ਅਤੇ ਉਹਨਾਂ ਨੂੰ ਢੇਰ ਕਰ ਦਿੰਦੇ ਆ। ਤੇ ਅਗਲੀ ਖਬਰ, ਇਹ ਖਬਰ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਮਹੱਤਵਪੂਰਨ ਖਬਰ ਆਖੀ ਜਾ ਸਕਦੀ ਹੈ। ਪ੍ਰਸ਼ਾਂਤ ਕਿਸ਼ੋਰ ਇੱਕ ਰਣਨੀਤੀ ਘਾੜੇ ਨੇ। ਕਦੇ ਉਹ ਨਰਿੰਦਰ ਮੋਦੀ ਨੂੰ ਜਿਤਾਉਂਦੇ ਨੇ, ਕਦੇ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਉਹ ਮਮਤਾ ਬੈਨਰਜੀ ਨੂੰ ਜਿਤਾਉਂਦੇ ਨੇ, ਕਦੇ ਪਿਛਲੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਨੂੰ ਜਿਤਾਉਂਦੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਸਲਾਹਕਾਰ ਨਿਯੁਕਤ ਕੀਤਾ ਹੋਇਆ ਹੈ। ਪ੍ਰਸ਼ਾਂਤ ਕਿਸ਼ੋਰ ਦੇ ਚਰਚੇ ਨੇ ਕਿ ਉਹ ਭਾਰਤ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹੈ ਅਤੇ ਸ਼ਾਮਲ ਹੋਣ ਤੋਂ ਬਾਅਦ ਇਸ ਪਾਰਟੀ ਵਿੱਚੋਂ ਅਹਿਮ ਭੂਮਿਕਾ ਨਿਭਾ ਸਕਦੇ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਇਸ ਵਾਰੀ ਉਹ ਕਾਂਗਰਸ ਆਗੂ
ਜਿਨ੍ਹਾਂ ਦੇ ਵਿੱਚ ਸੋਨੀਆ ਗਾਂਧੀ ਨੇ, ਜਿਨ੍ਹਾਂ ਵਿੱਚ ਰਾਹੁਲ ਗਾਂਧੀ ਨੇ, ਜਿਨ੍ਹਾਂ ਵਿੱਚ ਪ੍ਰਿयंका ਗਾਂਧੀ ਨੇ, ਉਹਨਾਂ ਨਾਲ ਮੁਲਾਕਾਤਾਂ ਕਰ ਚੁੱਕੇ ਤੇ ਲੰਬੀ ਚੌੜੀ ਵਿਚਾਰ ਚਰਚਾ ਕਰ ਚੁੱਕੇ ਨੇ। ਦਰਅਸਲ ਪੰਜਾਬ ਦੀ ਕਾਂਗਰਸ ਇਕਾਈ ਦੇ ਵਿੱਚ ਇੱਕ ਕਾਟੋ ਕਲੇਸ਼ ਚੱਲ ਰਿਹਾ ਹੈ। ਇਸ ਕਲੇਸ਼ ਦੇ ਦਰਮਿਆਨ ਪ੍ਰਸ਼ਾਂਤ ਕਿਸ਼ੋਰ ਨੇ ਬੀਤੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਉਚੇਚੇ ਤੌਰ ਤੇ ਇੱਕ ਖਾਸ ਮੁਲਾਕਾਤ ਕੀਤੀ ਸੀ। ਉਸ ਮੁਲਾਕਾਤ ਦੇ ਵਿੱਚ ਪਤਾ ਲੱਗਿਆ ਸੀ ਕਿ ਪ੍ਰਿयंका ਗਾਂਧੀ ਵਾਡਰਾ ਵੀ ਮੌਜੂਦ ਸਨ, ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਨੇ। ਪਤਾ ਲੱਗਿਆ ਸੀ ਉਹ 'ਚ ਹਰੀਸ਼ ਰਾਵਤ ਵੀ ਸੀ, ਵੇਣੂ ਗੋਪਾਲ ਵੀ ਸਨ। ਸਿਆਸੀ ਗਲਿਆਰਿਆਂ ਦੇ ਵਿੱਚ ਇਸ ਵਕਤ ਚਰਚਾ ਦਾ ਬਾਜ਼ਾਰ ਪੂਰਾ ਗਰਮ ਹੋਇਆ ਪਿਆ ਕਿ ਪ੍ਰਸ਼ਾਂਤ ਕਿਸ਼ੋਰ ਆਉਣ ਵਾਲੇ ਸਮੇਂ ਦੇ ਵਿੱਚ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੀ ਹੈ। ਜੇਕਰ ਇਹ ਅਟਕਲਾਂ ਸਹੀ ਰੂਪ ਨਾਲ ਸਾਬਤ ਹੋ ਜਾਂਦੀਆਂ ਨੇ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ, ਜੇ ਇਹਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਤਾਂ 2024 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੱਕਰ ਦੇਣ ਦੇ ਵਾਸਤੇ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਕਾਂਗਰਸ ਵਾਸਤੇ ਬਹੁਤ ਵੱਡੀ ਹੈ ਤੇ ਅਹਿਮ ਹੋ ਸਕਦੀ ਹੈ। ਦੱਸਣਾ ਬਣਦਾ ਹੈ ਕਿ ਬੀਤੇ ਮੰਗਲਵਾਰ ਨੂੰ ਗਾਂਧੀ ਪਰਿਵਾਰ ਦੇ ਨਾਲ ਲਗਭਗ 1 ਘੰਟਾ ਮੁਲਾਕਾਤ ਕੀਤੀ ਸੀ ਪ੍ਰਸ਼ਾਂਤ ਕਿਸ਼ੋਰ ਨੇ, ਤੇ ਨਾਲ ਕੇਸੀ ਵੇਣੂ ਗੋਪਾਲ ਵੀ ਸੀ। ਪੰਜਾਬ ਦੇ ਜਿਹੜੇ ਇੰਚਾਰਜ ਲਾਏ ਹੋਏ ਨੇ ਹਰੀਸ਼ ਰਾਵਤ ਵੀ ਸਨ ਤੇ ਗਾਂਧੀ ਪਰਿਵਾਰ ਵੀ ਸੀ। ਇਸ ਮੁਲਾਕਾਤ ਦੇ ਬਾਬਤ ਕਾਂਗਰਸ ਦੇ ਵੱਲੋਂ ਅਧਿਕਾਰਤ ਰੂਪ ਨਾਲ ਭਾਵੇਂ ਹਾਲੇ ਤੱਕ ਕੁਝ ਨਹੀਂ ਦੱਸਿਆ ਗਿਆ, ਪਰ ਹਰੀਸ਼ ਰਾਵਤ ਨੇ ਇੰਨਾ ਜ਼ਰੂਰ ਦੱਸ ਦਿੱਤਾ ਕਿ ਪ੍ਰਸ਼ਾਂਤ ਕਿਸ਼ੋਰ ਪੰਜਾਬ ਦੇ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਨਹੀਂ ਸੀ ਆਏ। ਪਰ ਬੀਤੇ ਦਿਨੀ ਖਬਰਾਂ ਇਹ ਮਿਲੀਆਂ ਸੀ ਕਿ ਉਹਨਾਂ ਨੇ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਾਬਤ ਆਪਣਾ ਪੱਖ ਰੱਖਿਆ ਤੇ ਕੈਪਟਨ ਅਮਰਿੰਦਰ ਦੀ ਵਕਾਲਤ ਕੀਤੀ ਹੈ। ਤੇ ਇਹਨਾਂ ਤਮਾਮ ਖਬਰਾਂ ਦੇ ਦਰਮਿਆਨ ਜੇਕਰ ਪੀਕੇ ਪਾ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਂਦੇ ਹੈ ਤਾਂ ਉਹ ਵਿਰੋਧੀ ਧਿਰ ਨੂੰ ਇਕਜੁੱਟ ਕਰ ਸਕਦੇ ਹੈ, ਕਿਉਂਕਿ ਉਹ ਚੰਗੇ ਤੇ ਵੱਡੇ ਰਣਨੀਤੀ ਘਾੜੇ ਹੈ, ਤਾਂ ਕਿ ਭਾਜਪਾ ਨੂੰ ਸੱਤਾ ਤੋਂ ਬਾਹਰ ਕੀਤਾ ਜਾ ਸਕੇ ਅਤੇ ਫਿਰ ਭਾਰਤ ਦੀ ਕਮਾਨ ਕਾਂਗਰਸ ਦੇ ਹੱਥਾਂ ਵਿੱਚ ਦਿੱਤੀ ਜਾ ਸਕੇ। ਜੇਕਰ ਪੀਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਂਦੇ ਹੈ ਤੇ ਪ੍ਰਸਤਾਵ ਨੂੰ ਹਾਂ ਦੇ ਕਹਿ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੀ ਥਾਲੀ ਦੇ ਵਿੱਚ ਇੱਕ ਅਹੁਦਾ ਨਹੀਂ ਹੋ ਸਕਦਾ ਕਿ ਬਹੁਤ ਵੱਡੇ ਅਹੁਦੇ ਹੋਣ, ਉਹਨਾਂ ਦੀ ਥਾਲੀ ਵਿੱਚ ਕਾਫੀ ਕੁਝ ਹੋਵੇ। ਦਰਅਸਲ 2 ਵੱਡੀਆਂ ਚੋਣਾਂ ਯੂਪੀ ਅਤੇ ਪੰਜਾਬ ਦੇ ਵਿੱਚ ਅਗਲੇ ਸਾਲ ਹੋਣੀਆਂ ਨੇ, ਜਿੱਥੇ ਉਹ ਪ੍ਰਿयंका ਗਾਂਧੀ ਨੂੰ ਮਿਲ ਕੇ ਕੁਝ ਵੱਡਾ ਕਰ ਸਕਦੇ ਹੈ। ਦੱਸਣਾ ਬਣਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਾਲ 2018 ਵਿੱਚ ਜਨਤਾ ਦਲ ਯੂਨਾਈਟਿਡ ਤੋਂ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇੱਕ ਚੁਣਾਵੀ ਰਣਨੀਤੀ ਘਾੜੇ ਨੇ ਪ੍ਰਸ਼ਾਂਤ ਕਿਸ਼ੋਰ। ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਆਖ ਰਿਹਾ ਸੀ, ਕਈਆਂ ਆਗੂ ਨੂੰ ਹੁਣ ਤੱਕ ਸੱਤਾ ਤੱਕ ਜਾਂ ਕੁਰਸੀ ਤੱਕ ਪਹੁੰਚਾ ਚੁੱਕੇ ਨੇ। ਇਹਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ੁਮਾਰ ਨੇ। ਸਾਲ 2014 ਵਿੱਚ ਜਦੋਂ ਪਹਿਲੀ ਵਾਰੀ ਨਰਿੰਦਰ ਮੋਦੀ ਹੋਰਾਂ ਨੇ ਚੋਣ ਲੜੀ ਸੀ ਪ੍ਰਧਾਨ ਮੰਤਰੀ ਦੇ, ਉਹ ਉਮੀਦਵਾਰ ਸਨ ਅਹੁਦੇ ਦੇ। ਮੋਦੀ ਨੂੰ ਸੱਤਾ ਵਿੱਚ ਲਿਆਉਣ ਵਾਸਤੇ ਪ੍ਰਸ਼ਾਂਤ ਕਿਸ਼ੋਰ ਨੇ ਰਣਨੀਤੀ ਤਿਆਰ ਕੀਤੀ ਸੀ। ਜੇਕਰ ਇਹ ਕਿਹਾ ਜਾਵੇ ਕਿ ਪ੍ਰਸ਼ਾਂਤ ਕਿਸ਼ੋਰ ਸਾਲ 2014 ਤੋਂ ਚਰਚਾ ਵਿੱਚ ਨੇ ਤਾਂ ਇਹਦੇ ਵਿੱਚ ਕੁਝ ਗਲਤ ਨਹੀਂ, ਕੋਈ ਅਤ ਕਥਨੀ ਨਹੀਂ। ਆ ਹੁਣ ਜਿਹੜੇ ਕੁਝ ਮਹੀਨੇ ਪਹਿਲਾਂ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੀ ਸਲਾਹਕਾਰ ਸਨ ਪ੍ਰਸ਼ਾਂਤ ਕਿਸ਼ੋਰ। ਪੱਛਮੀ ਬੰਗਾਲ ਵਿੱਚ ਵੀ ਇਸ ਵਾਰ ਹਵਾ ਦੱਸਿਆ ਜਾ ਰਿਹਾ ਸੀ ਕਿ ਭਾਜਪਾ ਦੇ ਵੱਲ ਵਗ ਰਹੀ ਹੈ। ਉੱਥੇ ਮਮਤਾ ਨੇ ਹੈਟ੍ਰਿਕ ਮਾਰ ਦਿੱਤੀ, ਤੀਸਰੀ ਵਾਰ ਸੱਤਾ ਤੇ ਕਾਬਜ਼ ਹੋ ਗਏ। ਪਿਛਲੀ ਵਾਰੀ ਪ੍ਰਸ਼ਾਂਤ ਕਿਸ਼ੋਰ ਆਏ ਸੀ ਰਣਨੀਤੀ ਘਾੜੇ ਬਣ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਾਸਤੇ, ਤੇ ਇਸ ਵਾਰ ਫਿਰ ਉਹ ਉਹਨਾਂ ਦੇ ਮੁੱਖ ਸਲਾਹਕਾਰ ਨੇ। ਵੇਖਦੇ ਹਾਂ ਕਿ ਜਿਹੜੀਆਂ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਉਹ ਕਾਂਗਰਸ ਪਾਰਟੀ ਵਿੱਚ ਸਵਾਰ ਹੋਣ ਜਾ ਰਹੇ ਨੇ ਜਾਂ ਉਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ, ਇਹ ਕਿੰਨੀ ਕੁ ਸਹੀ ਨਿਕਲਦੀ ਹੈ। ਪਰ ਇੱਕ ਗੱਲ ਮੰਨਣੀ ਪਊ, ਜੇ ਸੱਚਮੁੱਚ ਉਹ ਚੰਗੇ ਰਣਨੀਤੀ ਘਾੜੇ ਨੇ, ਜੇ ਉਹ ਕਦੇ ਮੋਦੀ ਨੂੰ, ਕਦੇ ਯੋਗੀ ਨੂੰ, ਕਦੇ ਕਿਸੇ ਨੂੰ ਮੰਨ ਲੈਂਦੇ ਆ ਕਿ ਉਹ ਸੱਤਾ ਤੱਕ ਪਹੁੰਚਾ ਸਕਦੇ ਹੈ, ਪਰ ਕੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਉਹ ਖੜੀ ਗੱਡੀ ਵਿੱਚ ਸਵਾਰੀ ਕਰ ਸਕਦੇ ਆ। ਮੈਂ ਖੜੀ ਗੱਡੀ ਕਾਂਗਰਸ ਨੂੰ ਕਹਿੰਦਾ, ਜਿਹੜੀ ਲਗਾਤਾਰ ਸੂਬਿਆਂ 'ਚੋਂ ਸਿਮਟਦੀ ਜਾ ਰਹੀ ਹੈ ਤੇ ਕੇਂਦਰ ਦੇ ਵਿੱਚ ਤਾਂ ਹੁਣ ਉਹ ਕਿਤੇ ਭਾਲੀ ਥਿਆਉਂਦੀ ਨਹੀਂ। ਤੇ ਅਗਲੀ ਖਬਰ ਪੰਜਾਬ ਦੀ ਰਾਜਨੀਤੀ ਵਾਸਤੇ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਬਹੁਤ ਵੱਡੀ ਖਬਰ ਹੈ। ਬੇਅਦਬੀ ਕਾਂਡ ਨਾਲ ਜੁੜੀ ਖਬਰ ਹੈ। ਡੇਰਾ ਮੁਖੀ ਨੂੰ ਕਲੀਨ ਚਿੱਟ ਦੇਣ ਨਾਲ ਸੰਬੰਧਿਤ ਖਬਰ ਹੈ, ਕਿਉਂਕਿ ਅਸਲ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਵੱਲੋਂ ਬਰਗਾੜੀ ਬੇਅਦਬੀ ਮਾਮਲੇ 'ਚੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਕੱਢੇ ਜਾਣ ਦਾ ਇੱਕ ਮੁੱਦਾ ਉਠਾ ਲਿਆ ਗਿਆ। ਇਹਦੇ ਤੋਂ ਬਾਅਦ ਇਹ ਚਰਚਾ ਬਹੁਤ ਵੱਡੇ ਪੱਧਰ ਤੇ ਛਿੜ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਿੱਟ ਦੇ ਜਿਹੜੇ ਮੁਖੀ ਨੇ IG SPS ਪਰਮਾਰ
ਅਤੇ AIG ਰਾਜਿੰਦਰ ਸਿੰਘ ਸੋਹਲ, ਇਹਨਾਂ ਦੋਵੇਂ ਅਫਸਰਾਂ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਦੇ ਵਿੱਚੋਂ ਕਿਸੇ ਵੀ ਦੋਸ਼ੀ ਦਾ ਕੋਈ ਕੱਢੇ ਜਾਣ ਦਾ ਨਾਮ ਸਵਾਲ ਪੈਦਾ ਨਹੀਂ ਹੁੰਦਾ। ਕਿਸ ਦਾ ਨਾਮ ਨਹੀਂ ਕੱਢਿਆ ਗਿਆ, ਚਾਹੇ ਉਹ A ਹੈ, ਚਾਹੇ ਉਹ B ਹੈ, ਚਾਹੇ ਭਾਵੇਂ ਉਹ ਡੇਰਾ ਮੁਖੀ ਹੈ। ਉਹ ਕਹਿੰਦੇ ਕਿਸੇ ਦਾ ਨਾਮ ਇਸ ਕੇਸ ਦੇ ਵਿੱਚੋਂ ਨਹੀਂ ਕੱਢਿਆ ਗਿਆ। ਉਹਨਾਂ ਕਿਹਾ ਕਿ ਹਾਲੇ ਜਾਂਚ ਜਾਰੀ ਹੈ ਅਤੇ ਇਸ ਕੇਸ ਦੇ ਵਿੱਚ ਸਿੱਟ ਦੇ ਵੱਲੋਂ ਹੁਣ ਤੱਕ ਜਾਂ ਹਾਲ ਦੀ ਘੜੀ ਆਖੀਏ ਸਿਰਫ ਪਹਿਲਾ ਚਲਾਨ ਪੇਸ਼ ਕੀਤਾ ਗਿਆ। ਚਲਾਨ ਦੇ ਵਿੱਚ ਸਿਰਫ 6 ਮੁਲਜ਼ਮ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਹੀ ਇਹ ਦਾਇਰ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਇਸ ਕੇਸ ਦੇ ਵਿੱਚ ਮੁੱਖ ਮੁਲਜ਼ਮ 3 ਹੋਰ ਨੇ, ਤਿੰਨੇ ਡੇਰਾ ਪ੍ਰੇਮੀ ਨੇ। ਉਹਨਾਂ ਵਿੱਚ ਇੱਕ ਸੰਦੀਪ ਬਰੇਟਾ ਹੈ, ਇੱਕ ਹਰਸ਼ ਧੂਰੀ ਹੈ, ਇੱਕ ਪ੍ਰਦੀਪ ਕਲੇਰ ਹੈ। ਸਿੱਟ ਮੁਖੀ ਨੇ ਇਹ ਵੀ ਦੱਸਿਆ ਕਿ ਤਿੰਨੇ ਹਾਲੇ ਭਗੌੜੇ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਹਲੇ ਹੋ ਨਹੀਂ ਸਕੀ। ਜੇ ਗ੍ਰਿਫਤਾਰੀ ਹੋਊਗੀ ਫਿਰ ਪੁੱਛ ਪੜਤਾਲ ਉਹਨਾਂ ਤੋਂ ਵੀ ਕੀਤੀ ਜਾਊਗੀ। ਉਹਨਾਂ ਤੋਂ ਇਹ ਪੁੱਛਿਆ ਜਾਊ ਕਿ ਇਹ ਜਿਹੜਾ ਜ਼ੁਰਮ ਹੈ ਉਹ ਕਿਹਦੇ ਇਸ਼ਾਰੇ ਤੇ ਕੀਤਾ, ਕਿਹਦੀ ਮਿਲੀ ਭੁਗਤ ਨਾਲ ਕੀਤਾ। ਉਹ ਕਹਿੰਦੇ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਵਾਸਤੇ ਅਸੀਂ ਵੱਡੇ ਪੱਧਰ ਤੇ ਇਸ ਵਕਤ ਕਾਰਵਾਈਆਂ ਪਾ ਰਹੇ ਹਾਂ, ਪਰ ਤਿੰਨੇ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਇਹ ਬਾਹਰ ਨੇ। ਉਹਨਾਂ ਦੱਸਿਆ ਕਿ ਪਹਿਲਾ ਚਲਾਨ FIR ਨੰਬਰ 128 ਦੇ ਵਿੱਚ ਪੇਸ਼ ਕੀਤਾ ਗਿਆ ਕਿਉਂਕਿ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮ ਜਿਨ੍ਹਾਂ ਵਿੱਚ ਸੁਖਜਿੰਦਰ ਸਿੰਘ ਨੇ, ਸ਼ਕਤੀ ਸਿੰਘ ਹੈ, ਰਣਜੀਤ ਸਿੰਘ ਭੋਲਾ ਹੈ, ਬਲਜੀਤ ਸਿੰਘ ਹੈ, ਨਿਸ਼ਾਨ ਸਿੰਘ ਹੈ ਅਤੇ ਇੱਕ ਉਹਨਾਂ 'ਚ ਪ੍ਰਦੀਪ ਸਿੰਘ ਨੇ, ਕਿ ਇਹਨਾਂ ਦੀ ਗ੍ਰਿਫਤਾਰੀ ਦੇ 60 ਦਿਨ ਦੇ ਅੰਦਰ ਅੰਦਰ ਭਾਵ 2 ਮਹੀਨਿਆਂ ਦੇ ਅੰਦਰ ਅੰਦਰ ਇਹ ਕਾਰਵਾਈ ਅਮਲ ਵਿੱਚ ਲਿਆਉਣੀ ਜ਼ਰੂਰੀ ਸੀ। ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਜਾਂਚ ਦੇ ਦੌਰਾਨ ਜਿਹਦਾ ਵੀ ਨਾਮ ਆਊ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਯਕੀਨਨ ਤੌਰ ਤੇ ਕੀਤੀ ਜਾਊ। ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਮੁਲਜ਼ਮ ਹੋਇਆ ਬਖਸ਼ਿਆ ਨਹੀਂ ਜਾਏਗਾ, ਭਾਵੇਂ ਉਹ ਕਿੱਡਾ ਹੀ ਵੱਡਾ ਕਿਉਂ ਨਾ ਹੋਵੇ। ਉਹਨਾਂ ਇਹ ਵੀ ਕਿਹਾ ਕਿ ਢੁਕਵੇਂ ਸਮੇਂ ਤੇ ਇਸ ਕੇਸ ਦੇ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾਣਗੇ। ਉਹਨਾਂ ਇੱਥੋਂ ਤੱਕ ਆਖਿਆ ਕਿ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਇਹ ਜਿਹੜੇ ਬੇਅਦਬੀ ਦੇ ਮਾਮਲੇ ਨੇ, ਇਹਨਾਂ ਮਾਮਲਿਆਂ ਦੇ ਸੰਬੰਧੀ ਕੇਸਾਂ ਦੀ ਜਾਂਚ ਹਾਲੇ ਜਾਰੀ ਹੈ ਅਤੇ ਮੁਕੱਦਮਾ ਨੰਬਰ 128 ਦੇ ਵਿੱਚ ਇੱਕ ਚਲਾਨ ਪੇਸ਼ ਕੀਤਾ ਗਿਆ ਤੇ ਇਹਦੇ ਨਾਲ ਉਹਨਾਂ ਇਹ ਅਪੀਲ ਜ਼ਰੂਰ ਕੀਤੀ ਕਿ ਬਗੈਰ ਪੜ੍ਹੇ, ਬਗੈਰ ਘੋਖੇ, ਬਿਨਾਂ ਇਸ ਦੇ ਸਟੇਟਸ ਤੇ ਕੋਈ ਟਿੱਪਣੀ ਜਾਂ ਰਿਪੋਰਟ ਨਾ ਕੀਤੀ ਜਾਵੇ ਅਤੇ ਇਸ ਨੂੰ ਇੱਕ ਜੁਡੀਸ਼ੀਅਲ ਟਰਾਇਲ ਅਤੇ ਇਸੇ ਭਾਵਨਾ ਨਾਲ ਸਿਰਫ ਤੇ ਸਿਰਫ ਦੇਖਿਆ ਜਾਵੇ। ਅਤੇ ਨਾਲ ਉਹਨਾਂ ਇਹ ਵੀ ਆਖਿਆ ਕਿ ਸਿੱਟ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਨਿਰਪੱਖ ਹੈ, ਇਹਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਾ ਹੈ ਤੇ ਨਾ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਆਖਿਆ ਕਿ ਇਸ ਮਾਮਲੇ ਵਿੱਚ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਤੋਂ ਗੁਰੇਜ਼ ਕੀਤਾ ਜਾਵੇ। ਇਹ ਸਿੱਟ ਦੇ ਅਫਸਰਾਂ ਦਾ ਤੇ ਸਿੱਟ ਦੇ ਮੁਖੀ ਦਾ ਬਿਆਨ ਸੀ। ਹੁਣ ਸਿੱਟ ਦੇ ਮੁਖੀ ਨੂੰ ਜਾਂ ਸਿੱਟ ਨੂੰ ਇਹ ਬਿਆਨ ਦੇਣਾ ਕਿਉਂ ਪਿਆ, ਇਹ ਦੱਸਣਾ ਬਣਦਾ ਹੈ ਕਿ ਇਸ ਬੇਅਦਬੀ ਮਾਮਲੇ ਦੇ ਵਿੱਚ ਸਰਕਾਰਾਂ, ਸਿਆਸੀ ਪਾਰਟੀਆਂ ਸਿਆਸਤ ਖੇਡ ਰਹੀਆਂ ਨੇ। ਡੇਰਾ ਸੱਚਾ ਸੌਦਾ ਦਾ ਇੱਕ ਵੱਡਾ ਵੋਟ ਬੈਂਕ ਹੈ ਅਤੇ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਉਹਦੇ ਮੱਦੇਨਜ਼ਰ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਇਹ ਕਹਿਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ। ਅਸਲ ਦੇ ਵਿੱਚ ਜਥੇਦਾਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਉਹ ਕਹਿੰਦੇ ਜਿਸ ਸਮੇਂ ਬਰਗਾੜੀ ਕਾਂਡ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਉਸ ਵਕਤ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬਤੌਰ ਹੈੱਡ ਗ੍ਰੰਥੀ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਬੇਨਕਾਬ ਹੋਣੇ ਚਾਹੀਦੇ ਹੈ। ਇਹ ਤਾਂ ਭਾਵੇਂ ਹਰ ਕੋਈ ਚਾਹੁੰਦਾ ਹੈ। ਉਹ ਕਹਿੰਦੇ ਉਹਨਾਂ ਤੇ ਸਖਤੀ ਨਾਲ ਕਾਰਵਾਈ ਵੀ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਜਦ ਬਰਗਾੜੀ ਕਾਂਡ ਹੋਇਆ ਉਸ ਸਮੇਂ ਮੈਂ ਵੀ ਧਰਨੇ ਵਿੱਚ ਮੌਜੂਦ ਸੀ। ਉਹ ਕਹਿੰਦੇ ਜਿਹੜੀ ਸਭ ਤੋਂ ਪਹਿਲੀ ਸੈੱਟ ਰਣਵੀਰ ਸਿੰਘ ਖੱਟਾ ਦੀ ਬਣੀ ਸੀ, ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਲੀ ਵਿੱਚ ਖਿਲਰੇ ਹੋਏ ਅੰਗ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਵਿੱਚ ਸੁਸ਼ੋਭਿਤ ਕਰਵਾਏ ਸੀ। ਅਸੀਂ ਹੀ ਕਹਿੰਦੇ ਉਹਦੀ ਸਪੁਰਦਗੀ ਵਾਸਤੇ ਉਹਨਾਂ ਕੋਲੋਂ ਆਗਿਆ ਲਈ ਸੀ ਅਤੇ ਉਹਨਾਂ ਦੀ ਗਿਣਤੀ ਵੀ ਕੀਤੀ ਸੀ ਕਿ ਕਿੰਨੇ ਅੰਗ ਨੇ। ਉਸ ਸਮੇਂ ਕਹਿੰਦੇ ਜਿਹੜੀ ਬੇਅਦਬੀ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਹੋਈ ਸੀ ਉਸ ਦੀ ਇੱਕ FIR ਨੰਬਰ 63 ਕੱਟੀ ਗਈ ਸੀ। ਉਸ FIR ਦੇ ਵਿੱਚ ਡੇਰਾ ਪ੍ਰੇਮੀ ਜਿਹੜੇ ਦੋਸ਼ੀ ਜਿਨ੍ਹਾਂ ਦਾ ਨਾਮ ਮਹਿੰਦਰਪਾਲ ਬਿੱਟੂ, ਉਹ ਕਹਿੰਦੇ ਉਹਨਾਂ ਨੇ ਮੰਨਿਆ ਸੀ ਇਸ ਤਰ੍ਹਾਂ ਕਿ ਪਿਤਾ ਜੀ ਦਾ ਹੁਕਮ ਸੀ। ਇਸ ਤੋਂ ਬਾਅਦ ਇੱਕ ਹੋਰ FIR ਜਿਹਦਾ ਸਿੱਟ ਨੇ ਜ਼ਿਕਰ ਕੀਤਾ ਤੇ ਉਹ FIR ਦਾ ਨੰਬਰ ਹੈ 128, ਉਹ ਵੀ ਕੱਟੀ ਗਈ। FIRਾਂ 2 ਨੇ ਜਿਨ੍ਹਾਂ ਦੇ ਵਿੱਚ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਪਾਇਆ ਗਿਆ। ਹਾਈ ਕੋਰਟ ਨੇ ਕਹਿੰਦੇ ਇਹ ਮੰਨਿਆ ਸੀ
कि बरगाड़ी कांड है जिहड़ा बुरज जवाहर सिंह वाला कांड है, दोवें इक्को ਜਿਹੇ ਨੇ ਤੇ एक दूसरे के पूरक ने। ਪਹਿਲੀਆਂ ਦੋਵੇਂ ਸਿੱਟਾਂ ਨੇ ਰਾਮ ਰਹੀਮ ਨੂੰ ਦੋਸ਼ੀ ਪਾਇਆ ਸੀ ਅਤੇ ਨਵੀਂ ਬਣੀ ਸਿੱਟ ਨੂੰ ਵੀ ਉਹ ਕਹਿੰਦੇ ਰਾਮ ਰਹੀਮ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਾ ਕੇ ਸ਼ਿਫਟ ਕਰਕੇ ਉਹਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਹੋਣੀ ਚਾਹੀਦੀ ਹੈ। ਉਹ ਕਹਿੰਦੇ ਪਰ ਦੁੱਖ ਦੀ ਗੱਲ ਇਹ ਹੈ ਕਿ ਰਾਮ ਰਹੀਮ ਨੂੰ ਦੋਸ਼ੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਦੋਸ਼ੀਆਂ ਦੀ ਲਿਸਟ ਦੇ ਵਿੱਚੋਂ ਬਾਹਰ ਕੱਢ ਦਿੱਤਾ। ਉਹ ਕਹਿੰਦੇ ਅਫਸੋਸ ਹੈ ਕਿ ਜਿਹੜੀਆਂ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਿੰਦੀਆਂ ਨੇ, ਪੰਥਕ ਧਿਰਾਂ ਕਹਾਉਂਦੀਆਂ ਨੇ, ਉਹ ਇਸ ਮਸਲੇ ਤੇ ਹਾਲੇ ਤੱਕ ਚੁੱਪ ਕਿਉਂ ਨੇ। ਉਸ ਤਰ੍ਹਾਂ ਕਹਿੰਦੇ ਉਹ ਧਰਨੇ ਦੇਈ ਜਾਂਦੀਆਂ ਨੇ, ਮੁਜ਼ਾਹਰੇ ਕਰੀ ਜਾਂਦੀਆਂ ਨੇ, ਪਰ ਇਸ ਮਸਲੇ ਤੇ ਚੁੱਪ ਨੇ। ਉਹਨਾਂ ਜਥੇਬੰਦੀਆਂ ਦੇ ਬਾਰੇ ਇੱਥੋਂ ਤੱਕ ਆਖਿਆ ਕਿ ਆਵਾਜ਼ ਬੁਲੰਦ ਕਰੋ, ਬੋਲੋ ਤੇ ਨਾਲ ਅਪੀਲ ਕੀਤੀ ਕਿ ਅਸੀਂ ਤੁਹਾਡੇ ਨਾਲ ਆ, ਜੇ ਤੁਸੀਂ ਆਵਾਜ਼ ਉਠਾਓਗੇ ਤਾਂ ਇਹ ਮਾਮਲਾ ਹੋਰ ਵਧੀਆ ਤਰੀਕੇ ਨਾਲ ਉੱਠੂਗਾ। ਉਹਨਾਂ ਖਦਸ਼ਾ ਨਾਲ ਜ਼ਰੂਰ ਪ੍ਰਗਟਾਇਆ ਕਿ ਕਿਤੇ ਆਉਣ ਵਾਲੀ ਪੰਜਾਬ ਵਿਧਾਨ ਸਭਾ ਚੋਣ ਜਿਹੜੀ 2022 ਚ ਹੈ, ਉਹਦੇ ਵਾਸਤੇ ਮਾਈਲੇਜ ਲੈਣ ਵਾਸਤੇ ਸਰਕਾਰਾਂ ਵੱਲੋਂ ਕੋਈ ਛੜਯੰਤਰ ਨਾ ਕੀਤਾ ਗਿਆ ਹੋਵੇ, ਉਹ ਵੋਟ ਬੈਂਕ ਨੂੰ ਪਕੀਰਾ ਨਾ ਕੀਤਾ ਜਾ ਰਿਹਾ ਹੋਵੇ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਚਾਹੇ ਕੋਈ ਵੀ ਪਾਰਟੀ ਹੈ, ਅਕਾਲੀ ਨੇ, ਕਾਂਗਰਸ ਹੈ, ਭਾਜਪਾ ਜਾਂ ਕੋਈ ਹੋਰ ਪਾਰਟੀ ਹੈ, ਜੇਕਰ ਵੋਟਾਂ ਦੀ ਖਾਤਰ ਇਸ ਨੂੰ ਮੁੱਦਾ ਬਣਾਉਂਦੀ ਹੈ ਤਾਂ ਉਹਦੀ ਡਟ ਕੇ ਮੁਖਾਲਫਤ ਕੀਤੀ ਜਾਵੇ, ਪਰ ਇਨਸਾਫ ਜ਼ਰੂਰ ਚਾਹੀਦਾ ਹੈ। ਉਹ ਕਹਿੰਦੇ ਬੇਅਦਬੀ ਕਾਂਡ ਨੂੰ ਵੋਟਾਂ ਦਾ ਮੁੱਦਾ ਬਣਾਉਣ ਵਾਲੀ ਕਿਸੇ ਵੀ ਪਾਰਟੀ ਨੂੰ ਬਖਸ਼ਿਆ ਨਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਸਿੱਖਾਂ ਨਾਲ ਪਿਆਰ ਹੈ ਤਾਂ ਫਿਰ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ, ਇਸ ਮੁੱਦੇ ਤੇ ਇਨਸਾਫ ਦਿਵਾਇਆ ਜਾਵੇ। ਇਹ ਪ੍ਰੈਸ ਕਾਨਫਰੰਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਅਪੀਲ ਕੀਤੀ ਹੈ। ਤੇ ਇਸ ਅਪੀਲ ਤੋਂ ਬਾਅਦ, ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਸਿੱਟ ਦੇ ਮੁਖੀ ਨੂੰ ਬਿਆਨ ਦੇਣਾ ਪਿਆ ਕਿ ਕਿਸੇ ਨੂੰ ਵੀ FIR ਦੇ ਵਿੱਚੋਂ, ਕੇਸ ਦੇ ਵਿੱਚੋਂ ਬਾਹਰ ਨਹੀਂ ਕੀਤਾ ਗਿਆ। ਅਗਲੀ ਖਬਰ ਹੈ, ਇਹ ਕਿਸਾਨ ਮੋਰਚੇ ਨਾਲ ਸੰਬੰਧਿਤ ਖਬਰ ਹੈ। ਅਸਲ ਦੇ ਵਿੱਚ ਪੰਜਾਬ ਬੋਲਦਾ ਪ੍ਰੋਗਰਾਮ ਦੇ ਵਿੱਚ ਸੰਖੇਪ ਦੇ ਵਿੱਚ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ, ਪਰ ਉਹਦੇ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਉਹਦੇ ਉੱਤੇ ਪ੍ਰਤੀਕਿਰਿਆ ਆ ਗਈ ਹੈ। ਅਸਲ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਨੇ ਗੁਰਨਾਮ ਸਿੰਘ ਚੜੂਨੀ ਨੂੰ ਪੰਜਾਬ ਮਿਸ਼ਨ ਦੇ ਬਾਰੇ ਦਿੱਤੇ ਜਾ ਰਹੇ ਬਿਆਨਾਂ ਦੇ ਆਧਾਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 1 ਹਫ਼ਤੇ ਵਾਸਤੇ, ਭਾਵ ਹਫ਼ਤੇ ਭਰ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅਸਲ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਪੰਜਾਬ ਮਿਸ਼ਨ ਦੇ ਤਹਿਤ ਇੱਕ ਸੁਝਾਅ ਦਿੱਤਾ ਸੀ ਕਿ ਸਿਸਟਮ ਦੇ ਵਿੱਚ ਬਦਲਾਅ ਦੇ ਵਾਸਤੇ ਕਿਸਾਨ ਯੂਨੀਅਨਾਂ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਨੇ। ਉਹਨਾਂ ਨੇ ਇੱਕ ਵਾਰ ਨਹੀਂ, ਅਨੇਕਾਂ ਵਾਰ ਆਖਿਆ। ਸੰਯੁਕਤ ਕਿਸਾਨ ਮੋਰਚੇ ਨੇ ਉਸੇ ਦਿਨ ਜਾਂ ਜਦੋਂ ਵੀ ਉਹ ਬਿਆਨ ਦਿੰਦੇ ਸੀ, ਉਹਨਾਂ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਵੱਖਰਾ ਕੀਤਾ ਸੀ ਅਤੇ ਇੱਥੋਂ ਤੱਕ ਆਖਿਆ ਸੀ ਕਿ ਇਹ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਨਹੀਂ, ਇਹ ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਨਿੱਜੀ ਬਿਆਨ ਹੋ ਸਕਦਾ ਹੈ। ਇਸ ਮਸਲੇ ਦੇ ਉੱਤੇ ਫਿਰ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਅਸੀਂ ਮੋਰਚਾ ਲਾਇਆ ਹੋਇਆ। ਅਸੀਂ ਮੋਰਚਾ ਇਸ ਕਰਕੇ ਵਿੱਢਿਆ ਕਿ ਇਹ ਕਾਨੂੰਨਾਂ ਦੇ ਉੱਤੇ ਲੀਕ ਮਰਵਾਉਣੀ ਹੈ। ਅਸੀਂ ਮੋਰਚਾ ਸਿਰਫ ਕਾਨੂੰਨਾਂ ਦੇ ਖਿਲਾਫ ਲਾ ਕੇ ਬੈਠੇ ਹਾਂ, ਚੋਣਾਂ ਲੜਨ ਵਾਸਤੇ ਨਹੀਂ ਲਾਇਆ। ਜਦੋਂ ਕਿ ਗੁਰਨਾਮ ਸਿੰਘ ਚੜੂਨੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਚੋਣ ਮੈਦਾਨ ਵਿੱਚ ਉਤਰਨ ਵਾਸਤੇ ਸਮੇਂ-ਸਮੇਂ ਤੇ ਉਕਸਾ ਰਹੇ ਨੇ। ਇਸੇ ਤਰ੍ਹਾਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਵੀ ਆਖਿਆ ਕਿ ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਇਹ ਬਿਆਨ ਸਿਆਸੀ ਬਿਆਨ ਹੈ, ਉਹਨਾਂ ਨੂੰ ਇਸ ਤਰ੍ਹਾਂ ਵਾਰ-ਵਾਰ ਨਹੀਂ ਕਰਨਾ ਚਾਹੀਦਾ। ਇਹ ਸਾਰੇ ਤੇ ਉੱਤੇ ਕਾਰਵਾਈ ਕਰਦੇ ਹਾਂ। 1 ਹਫ਼ਤੇ ਵਾਸਤੇ ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਮੁਅੱਤਲ ਕੀਤਾ ਗਿਆ। ਜਦੋਂ ਇਹ ਸਾਰੀ ਕਾਰਵਾਈ ਹੋ ਗਈ, ਉਹਦੇ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਪ੍ਰਤੀਕਿਰਿਆ ਆਈ ਹੈ ਤੇ ਉਹਨਾਂ ਨੇ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ। ਉਹਦੇ ਵਿੱਚ ਆਖਿਆ ਕਿ ਜਿਹੜਾ ਚੋਣ ਮੈਦਾਨ ਵਿੱਚ ਨਿੱਤਰਨ ਦਾ ਫੈਸਲਾ ਉਹ ਸਰਬਸੰਮਤੀ ਨਾਲ ਨਹੀਂ ਸੀ ਲਿਆ ਗਿਆ, ਉਹ ਮੇਰਾ ਸੀ, ਪਰ ਉਹ ਸੱਤਾ ਵਿੱਚ ਤਬਦੀਲੀ ਦੀ ਥਾਂ ਵਿਵਸਥਾ ਤਬਦੀਲੀ ਦੀ ਗੱਲ ਕਰਦੇ ਆ ਅਤੇ ਅੱਗੋਂ ਤੋਂ ਵੀ ਕਰਦੇ ਰਹਿਣਗੇ ਅਤੇ ਆਪਣੇ ਸਟੈਂਡ ਉੱਪਰ ਉਹ ਹੁਣ ਵੀ ਕਾਇਮ ਨੇ ਤੇ ਕਾਇਮ ਰਹਿਣਗੇ। ਉਹਨਾਂ ਕਿਹਾ ਕਿ ਸਰਕਾਰ ਇਹ ਗੱਲ ਭੁੱਲ ਜੇ ਕਿ ਕਿਤੇ ਉਹ ਮਹਿਸੂਸ ਕਰਦੇ ਹੋਣ ਕਿ ਗੁਰਨਾਮ ਸਿੰਘ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚੇ 'ਚੋਂ 1 ਹਫ਼ਤੇ ਵਾਸਤੇ ਮੁਅੱਤਲ ਕਰ ਦਿੱਤਾ ਤੇ ਸਾਡੇ ਵਿੱਚ ਕੋਈ ਫੁੱਟ ਪੈਗੀ। ਉਹ ਕਹਿੰਦੇ ਫੁੱਟ ਨਹੀਂ, ਬਲਕਿ ਅਸੀਂ ਪਹਿਲਾਂ ਨਾਲੋਂ ਵੀ ਵੱਧ ਸਰਗਰਮ ਰਹਾਂਗੇ। ਉਹ ਕਹਿੰਦੇ ਸਾਡੇ 'ਚ ਫੁੱਟ ਕੋਈ ਨਹੀਂ। ਉਹਨਾਂ ਇੱਥੋਂ ਤੱਕ ਆਖਿਆ ਕਿ ਹਰਿਆਣਾ ਦੇ ਵਿੱਚ ਭਜਨ ਲਾਲ ਦੀ, ਦੇਵੀ ਲਾਲ ਦੀ ਜਾਂ ਚੁਟਾਲਿਆਂ ਦੀ ਜਦੋਂ ਵੀ ਸਰਕਾਰ ਬਣੀ
ਜਾਂ ਜਿਹੜੀ ਆ ਮੌਜੂਦਾ ਗੱਠਜੋੜ ਜਜਪਾ ਤੇ ਭਾਜਪਾ ਦੀ ਸਰਕਾਰ ਹੈ, ਇਹ ਕਿਸਾਨਾਂ ਦੇ ਨਾਲ ਕੀਤੇ ਵਾਅਦਿਆਂ ਤੋਂ ਬਾਅਦ ਹੀ ਸੱਤਾ 'ਚ ਆਈ ਹੈ, ਜਾਂ ਸੱਤਾ 'ਚ ਸਰਕਾਰਾਂ ਇਹ ਆਉਂਦੀਆਂ ਰਹੀਆਂ ਨੇ, ਪਰ ਸੱਤਾ ਦੀ ਪ੍ਰਾਪਤੀ ਤੋਂ ਬਾਅਦ, ਸੱਤਾ ਹਾਸਲ ਕਰਨ ਤੋਂ ਬਾਅਦ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਇਹ ਮੁੱਕਰਦੇ ਰਹੇ ਆ, ਪਿੱਛੇ ਹਟਦੇ ਰਹੇ ਆ। ਉਹਨਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਯੂਪੀ ਤੇ ਉੱਤਰਾਖੰਡ ਦਾ ਇੱਕ ਮਿਸ਼ਨ ਕਹਿੰਦੇ ਨੇ ਕਿ ਉਹ ਮਿਸ਼ਨ ਦੇ ਵੱਲ ਹੁਣ ਅਸੀਂ ਧਿਆਨ ਦੇਵਾਂਗੇ। ਉਹ ਕਹਿੰਦੇ ਕੀ ਗਰੰਟੀ ਹੈ ਬਈ ਕਿ ਅਗਲੀ ਸਰਕਾਰ ਇਸ ਤਰ੍ਹਾਂ ਕਿਸਾਨਾਂ ਨਾਲ ਵਾਅਦੇ ਕਰਕੇ ਦੁਬਾਰਾ ਕਿਸਾਨਾਂ ਦੇ ਹਿੱਤ ਪੂਰੂਗੀ। ਉਹ ਕਹਿੰਦੇ ਮੈਂ ਫੇਰ ਕਹਿੰਦਾ ਕਿ ਇਸ ਮਸਲੇ ਦੇ ਉੱਤੇ ਸਾਨੂੰ ਧਿਆਨ ਦੇਣਾ ਚਾਹੀਦਾ। ਇਸ ਮਸਲੇ ਨਾਲ ਬੀਤੇ ਦਿਨਾਂ ਦੇ ਵਿੱਚ ਆਪਾਂ ਕਈ ਵਾਰੀ ਗੱਲਾਂ ਕਰ ਚੁੱਕੇ ਹਾਂ ਕਿ ਆਮ ਲੋਕਾਂ ਦੀ ਰਾਏ ਵੀ ਵੰਡੀ ਹੋਈ ਹੈ। ਕਈ ਕਿਸਾਨ ਜਥੇਬੰਦੀਆਂ ਤਾਂ ਮੂਲੋਂ ਹੀ ਰੱਦ ਕਰਦੀਆਂ ਨੇ ਇਸ ਸੁਝਾਅ ਨੂੰ ਕਿ ਸਾਨੂੰ ਚੋਣ ਲੜਨੀ ਚਾਹੀਦੀ ਹੈ। ਹੁਣ ਤਾਂ 32 ਕਿਸਾਨ ਆਗੂਆਂ ਨੇ ਇੱਥੋਂ ਤੱਕ ਆਖ ਦਿੱਤਾ ਹੈ ਕਿ ਸਾਡੇ 32 ਵਿੱਚੋਂ ਕੋਈ ਚੋਣ ਨਹੀਂ ਲੜੂਗਾ। ਹਾਂ, ਕਿਸੇ ਨੇ ਆਪਣੇ ਪੱਧਰ ਤੇ ਚੋਣ ਲੜਨੀ ਹੋਵੇ ਉਹ ਲੜ ਲੇ, ਪਰ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਇਹ ਹੈ ਕਿ ਨਾ ਅਸੀਂ ਚੋਣ ਲੜਨੀ ਹੈ। ਤੇ ਦੂਸਰਾ ਉਹਨਾਂ ਨੇ ਇੱਕ ਗੱਲ ਹੋਰ ਸਾਫ਼ ਕਰ ਦਿੱਤੀ ਹੈ ਕਿ ਭਾਜਪਾ ਦੇ ਸਹਿਯੋਗੀ ਪਾਰਟੀਆਂ ਦਾ ਵਿਰੋਧ ਕੀਤਾ ਜਾਵੇ, ਬਾਕੀ ਕਿਸੇ ਵੀ ਸਿਆਸੀ ਧਿਰ ਦਾ ਵਿਰੋਧ ਨਾ ਕੀਤਾ ਜਾਵੇ, ਸਗੋਂ ਜੇ ਉਹ ਤੁਹਾਡੇ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਆਉਂਦੇ ਨੇ ਉਹਨਾਂ ਨੂੰ ਸਵਾਲ ਜ਼ਰੂਰ ਕੀਤੇ ਜਾਣ। ਤੇ ਆਹ ਖਬਰ ਇੱਕ ਵੱਡੀ ਤੇ ਮਹੱਤਵਪੂਰਨ ਖਬਰ ਹੈ। ਸਮੇਂ-ਸਮੇਂ ਤੇ ਭਾਜਪਾ ਦਾ ਇੱਕ ਵਿਵਾਦਿਤ ਆਗੂ ਹੈ ਹਰਜੀਤ ਗਰੇਵਾਲ ਕਿਸਾਨਾਂ ਨੂੰ ਸਮੇਂ-ਸਮੇਂ ਦੇ ਉੱਤੇ ਲਲਕਾਰਦਾ ਰਹਿੰਦਾ ਹੈ। ਕਦੇ ਕਹਿੰਦਾ ਤੁਸੀਂ ਰਾਜਪੁਰੇ ਆ ਕੇ ਦੇਖ ਲਿਓ। ਬੀਤੇ ਦਿਨੀ ਮੈਂ ਜ਼ਿਕਰ ਕੀਤਾ ਸੀ ਕਿ ਰਾਜਪੁਰੇ ਜਦੋਂ ਕਿਸਾਨ ਗਏ ਸੀ, ਹਰਜੀਤ ਗਰੇਵਾਲ ਕਿਤੇ ਅੱਖ 'ਚ ਪਾਇਆ ਨਹੀਂ ਲੱਭਿਆ। ਕਦੇ ਉਹ ਇਹਨਾਂ ਨੂੰ ਅੱਤਵਾਦੀ ਕਹਿ ਦਿੰਦਾ ਹੈ, ਕਦੇ ਉਹਨਾਂ ਨੂੰ ਕਾਮਰੇਡ ਕਹਿ ਦਿੰਦਾ ਹੈ, ਕਦੇ ਉਹਨਾਂ ਨੂੰ ਗੁੰਡੇ ਕਹਿ ਦਿੰਦਾ ਹੈ, ਕਦੇ ਉਹ ਮੰਨਦਾ ਕਿ ਇਹ ਕਿਸਾਨ ਹੀ ਹੈ ਨਹੀਂਗੇ। ਭਾਵ ਸਮੇਂ-ਸਮੇਂ ਤੋਂ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦਿੰਦਾ। ਕਦੇ ਕਹਿੰਦਾ ਇਹਨਾਂ ਦੀ ਨਸਲਕੁਸ਼ੀ ਹੋਣੀ ਚਾਹੀਦੀ ਹੈ, ਕਦੇ ਕਹਿੰਦਾ ਪੰਜਾਬ ਪੁਲਿਸ ਇਹਨਾਂ ਨੂੰ ਸਿੱਧੇ ਕਰੇ ਜਿਵੇਂ ਅੱਤਵਾਦ ਦੇ ਦੌਰ ਦੇ ਵਿੱਚ ਕੀਤਾ ਸੀ, ਚੁਗ ਦੇਵੇ। ਕਹਿਣ ਦਾ ਭਾਵ ਕਿ ਇਹਨਾਂ ਨੂੰ ਕਤਲ ਕਰ ਦੇਵੇ। ਇਸ ਤਰ੍ਹਾਂ ਦੇ ਬਿਆਨ ਨੇ ਨਾ ਜਿਹੜੇ ਨਾ ਕਿਸੇ ਬੰਦੇ ਨੂੰ, ਨਾ ਆਜ਼ਾਦ ਸੋਚ ਰੱਖਣ ਵਾਲੇ ਨੂੰ, ਨਾ ਕਿਸੇ ਕਿਸਾਨ ਆਗੂ ਨੂੰ ਚੰਗੇ ਨਹੀਂ ਲੱਗਦੇ। ਹੁਣ ਪਤਾ ਲੱਗਿਆ ਕਿ ਹਰਜੀਤ ਗਰੇਵਾਲ ਕਿਸਾਨਾਂ ਨੇ ਦਵਲ ਲਿਆ, ਜਾਂ ਆਪਾਂ ਇਹ ਆਖ ਦਈਏ ਕਿ ਡਰ ਗਿਆ ਜਾਂ ਡਰਾ ਲਿਆ। ਖਬਰ ਇਹ ਹੈ ਕਿ ਜ਼ੀਰਕਪੁਰ ਸਬ ਤਹਿਸੀਲ ਪੈਂਦੀ ਹੈ। ਉਸ ਸਬ ਤਹਿਸੀਲ ਦੇ ਕੰਪਲੈਕਸ ਦੇ ਵਿੱਚ ਹਰਜੀਤ ਗਰੇਵਾਲ ਨੇ ਜਾਣਾ ਸੀ, ਪਰ ਕਿਸਾਨਾਂ ਨੂੰ ਭਿਣਕ ਲੱਗ ਗਈ ਕਿ ਹਰਜੀਤ ਗਰੇਵਾਲ ਨੇ ਇਸ ਸਬ ਤਹਿਸੀਲ ਦੇ ਵਿੱਚ ਆਉਣਾ। ਇੱਕ ਦੂਸਰੇ ਨੂੰ ਫੋਨ ਤੇ ਸੁਨੇਹੇ ਦੇਣੇ ਸ਼ੁਰੂ ਕਰ ਦਿੱਤੇ। ਵੱਡੀ ਗਿਣਤੀ ਵਿੱਚ ਕਿਸਾਨ ਉੱਥੇ ਪਹੁੰਚਣੇ ਸ਼ੁਰੂ ਹੋ ਗਏ। ਪਤਾ ਲੱਗਿਆ ਸੀ ਕਿ ਹਰਜੀਤ ਗਰੇਵਾਲ ਨੇ ਆਪਣੀ ਪ੍ਰਾਪਰਟੀ ਦੇ ਸੰਬੰਧੀ, ਆਪਣੀ ਜਾਇਦਾਦ ਦੇ ਸੰਬੰਧੀ ਕੋਈ ਪਾਵਰ ਅਟਾਰਨੀ ਬਣਾਉਣੀ ਸੀ, ਆਪਣੇ ਲੜਕੇ ਨੂੰ ਕੁਝ ਪਾਵਰਾਂ ਦੇਣੀਆਂ ਸੀ, ਤੇ ਇਸ ਵਾਸਤੇ ਜ਼ੀਰਕਪੁਰ ਸਬ ਤਹਿਸੀਲ ਵਾਸਤੇ ਜਾਣ ਵਾਸਤੇ ਉਹਨੇ ਸਮਾਂ ਲਿਆ ਹੋਇਆ ਸੀ। ਪਰ ਇਹ ਖਬਰ ਕਿਸਾਨਾਂ ਤੱਕ ਪਹੁੰਚ ਗਈ। ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ, ਹਰਜੀਤ ਗਰੇਵਾਲ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪਤਾ ਲੱਗਿਆ ਕਿ ਹਰਜੀਤ ਗਰੇਵਾਲ ਉੱਥੇ ਪਹੁੰਚੇ ਹੀ ਨਹੀਂ। ਜਦੋਂ ਕਿ ਕਿਸਾਨ ਵੱਡੀ ਗਿਣਤੀ ਤੱਕ ਪਹੁੰਚੀ ਵੀ ਗਏ, ਜਦੋਂ ਤੱਕ ਤਹਿਸੀਲ ਕੰਪਲੈਕਸ ਬੰਦ ਨਹੀਂ ਹੋਇਆ ਉਦੋਂ ਤੱਕ ਬੈਠੇ ਵੀ ਰਹੇ, ਧਰਨਾ ਵੀ ਦਿੰਦੇ ਰਹੇ ਤੇ ਨਾਲ ਨਾਅਰੇਬਾਜ਼ੀ ਵੀ ਕਰਦੇ ਰਹੇ ਤੇ ਨਾਲ ਹਰਜੀਤ ਗਰੇਵਾਲ ਨੂੰ ਉਡੀਕਦੇ ਵੀ ਰਹੇ। ਪਰ ਜਦੋਂ ਸ਼ਾਮ ਹੋ ਗਈ, ਕੰਪਲੈਕਸ ਬੰਦ ਹੋ ਗਿਆ, ਹਰਜੀਤ ਗਰੇਵਾਲ ਉੱਥੇ ਪਹੁੰਚਿਆ ਨਾ, ਫਿਰ ਕਿਸਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਸਮਾਪਤ ਕੀਤਾ। ਉਂਝ ਪਤਾ ਇਹ ਵੀ ਲੱਗਿਆ ਕਿ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਜ਼ੀਰਕਪੁਰ ਸਬ ਤਹਿਸੀਲ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ ਕਿ ਜੇਕਰ ਉਹ ਆਵੇ ਤਾਂ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਪਰ ਕਿਸਾਨ ਆਗੂਆਂ ਨੇ ਆਖਿਆ ਕਿ ਪੂਰੇ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਤੇ ਹੋਵੇਗਾ। ਦੱਸਣਾ ਬਣਦਾ, ਜਿਸ ਤਰ੍ਹਾਂ ਮੈਂ ਪਹਿਲਾਂ ਆਖ ਰਿਹਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਨੇ ਵੀ ਇਹਦੇ ਉੱਤੇ ਆਪਣੀ ਸਥਿਤੀ ਇੱਕ ਵਾਰੀ ਫਿਰ ਸਪਸ਼ਟ ਕੀਤੀ ਹੈ ਕਿ ਭਾਜਪਾ ਅਤੇ ਉਹਦੀਆਂ ਸਹਿਯੋਗੀ ਪਾਰਟੀਆਂ ਦਾ ਵਿਰੋਧ ਕੀਤਾ ਜਾਵੇਗਾ, ਪਰ ਬਾਕੀ ਦੀਆਂ ਸਿਆਸੀ ਪਾਰਟੀ ਨੂੰ ਸਵਾਲ ਜ਼ਰੂਰ ਕੀਤੇ ਜਾਣ, ਵਿਰੋਧ ਨਾ ਕੀਤਾ ਜਾਵੇ। ਹੁਣ ਜ਼ੀਰਕਪੁਰ ਦੇ ਜਿਹੜੇ ਨਾਇਬ ਤਹਿਸੀਲਦਾਰ ਨੇ ਪੁਨੀਤ ਬਾਂਸਲ ਹੋਰਾਂ ਨੇ ਵੀ ਦੱਸਿਆ ਕਿ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਉਣਾ ਸੀ। ਉਹਨਾਂ ਨੇ ਆਪਣੇ ਲੜਕੇ ਦੇ ਨਾਂ ਤੇ ਪਾਵਰ ਆਫ ਅਟਾਰਨੀ ਬਣਵਾਉਣੀ ਸੀ। ਉਹਦੇ ਵਾਸਤੇ ਸਾਡੇ ਕੋਲੋਂ ਸਮਾਂ ਵੀ ਲਿਆ ਸੀ, ਉਹਦੀ ਅਸੀਂ ਵੀ ਉਡੀਕ ਕਰ ਰਹੇ ਸੀ, ਪਰ ਉਹ ਤਹਿਸੀਲ ਕੰਪਲੈਕਸ ਵਿੱਚ ਪਹੁੰਚਿਆ ਨਹੀਂ। ਹੁਣ ਇੱਥੋਂ ਇਹ ਪਤਾ ਲੱਗਦਾ ਕਿ ਇਹ ਗੱਲ ਹੋਊਗੀ ਜਿਹੜੇ ਗਰਜਦੇ ਆ ਉਹ ਵਰਸਦੇ ਨਹੀਂ। ਬੜੀ ਵਾਰੀ ਹਰਜੀਤ ਗਰੇਵਾਲ ਨੇ ਬਹੁਤ ਸਾਰੀਆਂ ਮੁਲਾਕਾਤਾਂ ਵਿੱਚ ਕਿਹਾ ਕਿ ਮੈਂ ਡਰਦਾ ਆ ਜਾਣਾ ਰਾਜਪੁਰੇ। ਅੱਜ ਪਤਾ ਲੱਗਦਾ ਕਿ ਹਰਜੀਤ ਗਰੇਵਾਲ ਨੂੰ ਕਿਸਾਨਾਂ ਨੇ ਮੂਹਰੇ ਲਾ ਲਿਆ। ਹਰਜੀਤ ਗਰੇਵਾਲ ਨਾਇਬ ਤਹਿਸੀਲਦਾਰ ਤੋਂ ਸਮਾਂ ਲੈ ਕੇ ਵੀ ਪਹੁੰਚਿਆ ਨਹੀਂ, ਜਾਂ ਇਹ ਆਖਿਆ ਜਾ ਸਕਦਾ ਦੂਸਰੇ ਸ਼ਬਦਾਂ ਦੇ ਵਿੱਚ ਕਿ ਹਰਜੀਤ ਗਰੇਵਾਲ ਨੂੰ ਕਿਸਾਨਾਂ ਨੇ ਭਜਾ ਲਿਆ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ।
ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਲਾ।